ਕਾਨੂੰਨੀ ਸਮਾਨਤਾ ਜਾਂ ਸਮਾਨਤਾ ਦਾ ਕਾਨੂੰਨੀ ਪੱਖ ਇਹ ਕਿਸ ਨੂੰ ਕਹਿੰਦੇ ਹਨ, ਇਸ ਦਾ ਕੀ ਭਾਵ ਹੈ, ਇਸ ਦੀਆਂ ਕੀ ਵਿਸ਼ੇਸ਼ਤਾਵਾਂ ਹਨ। ਇਸ ਕੁਐਸਚਨ ਵਿੱਚ ਅਸੀਂ ਇਹਨਾਂ ਪਹਿਲੂਆਂ ਦਾ ਅਧਿਐਨ ਕਰਾਂਗੇ। ਕਾਨੂੰਨੀ ਸਮਾਨਤਾ ਦਾ ਅਰਥ ਹੈ ਕਿ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹਨ ਅਤੇ ਸਭ ਨੂੰ ਕਾਨੂੰਨ ਦੀ ਇੱਕੋ ਜਿਹੀ ਸੁਰੱਖਿਆ ਪ੍ਰਾਪਤ ਹੈ। ਕਾਨੂੰਨ ਤੋੜਨ ਤੇ ਹਰ ਕਿਸੇ ਨੂੰ ਸਜ਼ਾ ਮਿਲਦੀ ਹੈ, ਭਾਵ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ। ਅਤੇ ਕਾਨੂੰਨ ਦੀ ਸਮਾਨਤਾ ਦੀ ਜੋ ਮੰਗ ਹੈ ਮੁੱਖ ਤੌਰ ਤੇ ਇਹ 18ਵੀਂ ਸਦੀ ਦੇ ਵਿੱਚ ਸ਼ੁਰੂ ਹੋਈ, ਕਿਉਂਕਿ ਉਸ ਸਮੇਂ ਜ਼ਗੀਰਦਾਰ ਵਰਗ ਅਤੇ ਜਿਹੜਾ ਅਰਿਸਟੋਕਰੇਟ ਵਰਗ ਸੀ, ਕੁਲੀਨ ਵਰਗ ਸੀ ਸੋਸਾਇਟੀ ਦਾ, ਉਸ ਨੂੰ ਕਾਨੂੰਨ ਦੇ ਖੇਤਰ ਵਿੱਚ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਹੁੰਦੇ ਸਨ ਜਿਹੜੇ ਆਮ ਲੋਕਾਂ ਨੂੰ ਪ੍ਰਾਪਤ ਨਹੀਂ ਹੁੰਦੇ ਸਨ। ਇਸ ਦੇ ਫਿਰ ਰਿਐਕਸ਼ਨ ਵਜੋਂ, ਇਸ ਦੀ ਪ੍ਰਤੀਕਿਰਿਆ ਵਜੋਂ ਕੁਝ ਜਿਹੜੇ ਸਾਡੇ ਵਿਦਵਾਨ ਹੋਏ ਨੇ, ਫਿਲਾਸਫਰ ਹੋਏ ਨੇ, ਜਿਵੇਂ ਬਾਰਕਰ, ਹਾਬਹਾਊਸ, ਇਹਨਾਂ ਨੇ ਮੰਗ ਉਠਾਈ ਅਤੇ ਕਾਨੂੰਨ ਇਸ ਸਿਧਾਂਤ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਕਿ ਕਾਨੂੰਨ ਦੇ ਸਾਹਮਣੇ ਸਾਰੇ ਵਿਅਕਤੀ ਸਮਾਨ ਹੋਣੇ ਚਾਹੀਦੇ ਹਨ। ਆਓ ਕਾਨੂੰਨੀ ਸਮਾਨਤਾ ਦੀਆਂ ਵਿਸ਼ੇਸ਼ਤਾਵਾਂ ਦਾ ਅਧਿਐਨ ਕਰਦੇ ਹਾਂ। ਇਸ ਦਾ ਅਰਥ ਜਾਣਨ ਤੋਂ ਬਾਅਦ ਪਹਿਲੀ ਵਿਸ਼ੇਸ਼ਤਾ ਹੈ ਕਾਨੂੰਨ ਸਾਹਮਣੇ ਸਮਾਨਤਾ। ਕਾਨੂੰਨੀ ਸਮਾਨਤਾ ਦਾ ਅਰਥ ਹੈ ਕਿ ਕਾਨੂੰਨ ਸਾਹਮਣੇ ਸਾਰੇ ਸਮਾਨ ਹੋਣੇ ਚਾਹੀਦੇ ਹਨ। ਜਾਤ ਪਾਤ, ਰੰਗ ਨਸਲ, ਅਮੀਰੀ ਗਰੀਬੀ, ਪੇਂਡੂ ਸ਼ਹਿਰੀ, ਕਿਸੇ ਵੀ ਆਧਾਰ ਤੇ ਨਾਗਰਿਕਾਂ ਨਾਲ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ। ਸਾਰੇ ਨਾਗਰਿਕ ਇੱਕੋ ਹੀ ਕਾਨੂੰਨ ਦੇ ਅਧੀਨ ਹਨ ਅਤੇ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ। ਕਾਨੂੰਨ ਤੋੜਨ ਤੇ ਸਾਰੇ ਵਿਅਕਤੀਆਂ ਲਈ ਸਮਾਨ ਸਜ਼ਾਵਾਂ ਹਨ ਤੇ ਕਾਨੂੰਨ ਟੁੱਟਣ ਤੋਂ ਬਿਨਾਂ ਕਿਸੇ ਵਿਅਕਤੀ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ। ਦੂਸਰੀ ਵਿਸ਼ੇਸ਼ਤਾ ਹੈ ਕਾਨੂੰਨੀ ਸਮਾਨਤਾ ਦੀ ਕਾਨੂੰਨ ਦੀ ਸਮਾਨ ਸੁਰੱਖਿਆ, ਇਕੁਅਲ ਪ੍ਰੋਟੈਕਸ਼ਨ ਆਫ ਲਾਅ। ਕੇਵਲ ਕਾਨੂੰਨਾਂ ਦੇ ਸਾਰਿਆਂ ਲਈ ਸਮਾਨ ਹੋਣ ਨਾਲ ਹੀ ਕਾਨੂੰਨੀ ਸਮਾਨਤਾ ਦੀ ਸਥਾਪਨਾ ਨਹੀਂ ਕੀਤੀ ਜਾ ਸਕਦੀ। ਕਾਨੂੰਨੀ ਸਮਾਨਤਾ ਦੀ ਪ੍ਰਾਪਤੀ ਲਈ ਜ਼ਰੂਰੀ ਹੈ ਕਿ ਸਾਰੇ ਵਿਅਕਤੀਆਂ ਨੂੰ ਕਾਨੂੰਨ ਦੀ ਸਮਾਨ ਸੁਰੱਖਿਆ ਵੀ ਹੋਵੇ, ਕਾਨੂੰਨ ਸਾਰਿਆਂ ਨੂੰ ਪ੍ਰੋਟੈਕਟ ਕਰਦਾ ਹੋਵੇ। ਜੇਕਰ ਕਾਨੂੰਨ ਦੀ ਸੁਰੱਖਿਆ ਲੈਣ ਲਈ ਵਕੀਲਾਂ ਨੂੰ ਭਾਰੀਆਂ ਫੀਸਾਂ ਦੇਣੀਆਂ ਪੈਂਦੀਆਂ ਹੋਣ, ਪਰ ਸੁਸਾਇਟੀ ਦੇ ਕੁਝ ਲੋਕ ਗਰੀਬ ਹੋਣ ਅਤੇ ਬਹੁਤ ਸਾਰਾ ਸਮਾਂ ਨਸ਼ਟ ਕਰਨਾ ਪੈਂਦਾ ਹੋਵੇ, ਪਰ ਕੁਝ ਲੋਕ ਸਮਾਂ ਨਾ ਦੇ ਸਕਦੇ ਹੋਣ, ਤੇ ਸਮਾਜ ਦੇ ਬਹੁਤ ਸਾਰੇ ਲੋਕ ਇਹਨਾਂ ਕਾਰਨਾਂ ਕਰਕੇ, ਸਮਾਂ ਨਾ ਹੋਣ ਕਰਕੇ, ਪੈਸਾ ਨਾ ਹੋਣ ਕਰਕੇ ਅਦਾਲਤ ਦੀ ਸੁਰੱਖਿਆ ਲੈਣ ਤੋਂ ਜੇ ਅਸਮਰਥ ਰਹਿ ਜਾਂਦੇ ਹੋਣ, ਤਾਂ ਅਸੀਂ ਕਹਾਂਗੇ ਕਿ ਇਸ ਸੁਸਾਇਟੀ ਦੇ ਵਿੱਚ, ਇਸ ਸਟੇਟ ਦੇ ਵਿੱਚ ਕਾਨੂੰਨੀ ਸਮਾਨਤਾ ਨਹੀਂ ਹੈ। ਇਸ ਲਈ ਕਾਨੂੰਨੀ ਸਮਾਨਤਾ ਦੀ ਪ੍ਰਾਪਤੀ ਲਈ ਜ਼ਰੂਰੀ ਹੈ ਕਿ ਲੋੜਵੰਦ ਵਿਅਕਤੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਨਿਆਂ ਸਸਤਾ ਹੋਣਾ ਚਾਹੀਦਾ ਹੈ। ਨਿਆਂ ਬਿਨਾਂ ਕਿਸੇ ਦੇਰੀ ਦੇ ਤੁਰੰਤ ਮਿਲਣਾ ਚਾਹੀਦਾ ਹੈ। ਤੀਸਰੀ ਵਿਸ਼ੇਸ਼ਤਾ ਹੈ ਕਾਨੂੰਨੀ ਸਮਾਨਤਾ ਦੀ ਵਿਤਕਰੇ ਦੀ ਮਨਾਹੀ, ਪ੍ਰੋਹਿਬਿਸ਼ਨ ਆਫ ਡਿਸਕ੍ਰਿਮੀਨੇਸ਼ਨ। ਕਾਨੂੰਨੀ ਸਮਾਨਤਾ ਦੀ ਪ੍ਰਾਪਤੀ ਲਈ ਜ਼ਰੂਰੀ ਹੈ ਕਿ ਸਮਾਜ ਦੇ ਕਿਸੇ ਵੀ ਵਰਗ ਨਾਲ ਜਾਤ ਪਾਤ, ਰੰਗ, ਨਸਲ, ਧਰਮ ਆਦਿ ਦੇ ਆਧਾਰ ਤੇ ਕੋਈ ਵਿਤਕਰਾ ਨਾ ਕੀਤਾ ਜਾਵੇ। ਕਾਨੂੰਨ ਦੀ ਨਜ਼ਰ ਦੇ ਵਿੱਚ ਸਾਰੇ ਵਿਅਕਤੀ ਸਮਾਨ ਹੋਣ। ਸਾਰੇ ਨਾਗਰਿਕਾਂ ਲਈ ਕਾਨੂੰਨ ਸਾਂਝੇ ਹੋਣੇ ਚਾਹੀਦੇ ਹਨ ਤੇ ਕਾਨੂੰਨ ਤੋੜਨ ਤੇ ਸਭਨਾਂ ਲਈ ਇੱਕੋ ਜਿਹੀ ਹੀ ਸਜ਼ਾ ਹੋਣੀ ਚਾਹੀਦੀ ਹੈ। ਕਿਸੇ ਵਿਅਕਤੀ ਨੂੰ ਜਾਤ ਦੇ ਆਧਾਰ ਤੇ ਜਾਂ ਕਿਸੇ ਵਿਅਕਤੀ ਨੂੰ ਜੈਂਡਰ ਦੇ ਆਧਾਰ ਤੇ ਕਾਨੂੰਨ ਤੋੜਨ ਤੇ ਵੱਧ ਸਜ਼ਾ ਨਹੀਂ ਮਿਲਣੀ ਚਾਹੀਦੀ, ਕਿਸੇ ਨੂੰ ਘੱਟ ਸਜ਼ਾ ਨਹੀਂ ਮਿਲਣੀ ਚਾਹੀਦੀ। ਕਿਸੇ ਵੀ ਵਰਗ ਤੇ ਸਿੱਖਿਆ ਪ੍ਰਾਪਤ ਕਰ ਜਾਂ ਕੋਈ ਵਿਸ਼ੇਸ਼ ਕਿੱਤਾ ਅਪਣਾਉਣ ਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ। ਇਹ ਨਹੀਂ ਹੋਣਾ ਚਾਹੀਦਾ ਕਿ ਇਸ ਕਿੱਤੇ ਨੂੰ ਜਾਂ ਇਸ ਸਿੱਖਿਆ ਨੂੰ ਇਸਤਰੀਆਂ ਪ੍ਰਾਪਤ ਨਹੀਂ ਕਰ ਸਕਦੀਆਂ, ਜਾਂ ਇਸ ਕਿੱਤੇ ਨੂੰ ਜਾਂ ਇਸ ਸਿੱਖਿਆ ਨੂੰ ਕਿਸੇ ਖਾਸ ਧਰਮ ਦੇ ਲੋਕ ਜਾਂ ਕਿਸੇ ਖਾਸ ਜਾਤੀ ਦੇ ਲੋਕ ਪ੍ਰਾਪਤ ਨਹੀਂ ਕਰ ਸਕਦੇ। ਕਿਉਂਕਿ ਜੇ ਕਿੱਤਾ ਅਪਣਾਉਣ ਦੀ ਸੁਤੰਤਰਤਾ ਤੇ ਰੋਕ ਲਾਈ ਜਾਵੇਗੀ ਜਾਂ ਸਿੱਖਿਆ ਦੀ ਪ੍ਰਾਪਤੀ ਤੇ ਰੋਕ ਲਾਈ ਜਾਵੇਗੀ, ਤਾਂ ਉਸ ਵਰਗ ਦਾ ਆਰਥਿਕ ਵਿਕਾਸ ਦੂਸਰੇ ਵਰਗਾਂ ਦੇ ਬਰਾਬਰ ਨਹੀਂ ਹੋ ਸਕੇਗਾ। ਚੌਥੀ ਵਿਸ਼ੇਸ਼ਤਾ ਹੈ ਜਨਤਕ ਪਦਵੀਆਂ ਪ੍ਰਾਪਤ ਕਰਨ ਦੇ ਬਰਾਬਰ ਮੌਕੇ ਉਪਲਬਧ ਕਰਵਾਉਣਾ, ਅਵੇਲੇਬਿਲਿਟੀ ਆਫ ਇਕੁਅਲ ਓਪੋਰਚੁਨਿਟੀਜ਼ ਟੂ ਹੋਲਡ ਪਬਲਿਕ ਆਫਿਸਿਸ। ਜਨਤਕ ਪਦਵੀਆਂ ਦੇ ਮੌਕੇ ਬਰਾਬਰ ਹੋਣੇ ਚਾਹੀਦੇ ਹਨ, ਕਿਉਂਕਿ ਜਨਤਕ ਪਦਵੀਆਂ ਭਾਵ ਸਰਕਾਰੀ ਨੌਕਰੀਆਂ ਸਿਰਫ ਰੁਜ਼ਗਾਰ ਦੀ ਪ੍ਰਾਪਤੀ ਦਾ ਸਾਧਨ ਨਹੀਂ ਹੁੰਦੀਆਂ। ਸਰਕਾਰੀ ਨੌਕਰੀਆਂ, ਜਨਤਕ ਪਦਵੀਆਂ ਰਾਜਨੀਤਿਕ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ, ਸਮਾਜਿਕ ਸਟੇਟਸ, ਸੋਸ਼ਲ ਸਟੇਟਸ ਵੀ ਪ੍ਰਦਾਨ ਕਰਦੀਆਂ ਹਨ। ਇਸ ਲਈ ਜਨਤਕ ਪਦਵੀਆਂ ਤੱਕ ਪਹੁੰਚਣ ਦੇ ਮੌਕੇ ਸਾਰਿਆਂ ਨੂੰ ਸਮਾਨ ਮਿਲਣੇ ਚਾਹੀਦੇ ਹਨ। ਇਸ ਲਈ ਸਮਾਨਤਾ ਤਾਂ ਸਥਾਪਿਤ ਹੋ ਸਕਦੀ ਹੈ ਜੇਕਰ ਜਨਤਕ ਪਦਵੀਆਂ ਕਿਸੇ ਖਾਸ ਵਰਗ ਤੱਕ ਸੀਮਿਤ ਨਹੀਂ ਰੱਖੀਆਂ ਜਾਣਗੀਆਂ, ਸਗੋਂ ਸਾਰੇ ਲੋਕਾਂ ਲਈ ਖੁੱਲ੍ਹੀਆਂ ਹੋਣਗੀਆਂ, ਹਰ ਧਰਮ ਦੇ ਲੋਕਾਂ ਲਈ, ਹਰ ਕਾਸਟ ਦੇ ਲੋਕਾਂ ਲਈ। ਇਹਨਾਂ ਪਦਵੀਆਂ ਦੀ ਪ੍ਰਾਪਤੀ ਦਾ ਆਧਾਰ ਰੰਗ, ਨਸਲ, ਜਾਤ ਜਾਂ ਵੰਸ਼ ਆਦਿ ਨਹੀਂ ਹੋਣਾ ਚਾਹੀਦਾ, ਸਗੋਂ ਇਹ ਵਿਅਕਤੀ ਨੂੰ ਆਪਣੀ ਯੋਗਤਾ ਦੇ ਆਧਾਰ ਤੇ ਇਹਨਾਂ ਪਦਵੀਆਂ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ।
ਪੰਜਵੀਂ ਵਿਸ਼ੇਸ਼ਤਾ ਹੈ ਕਾਨੂੰਨੀ ਸੁਤੰਤਰਤਾ ਦੀ ਵਿਸ਼ੇਸ਼ ਅਧਿਕਾਰਾਂ ਦੀ ਮਨਾਹੀ ਹੋਣੀ ਚਾਹੀਦੀ ਹੈ, ਪ੍ਰੋਹਿਬਿਸ਼ਨ ਆਫ ਸਪੈਸ਼ਲ ਪ੍ਰਿਵਿਲੇਜਸ। ਸਮਾਜ ਵਿੱਚ ਕਿਸੇ ਵੀ ਵਿਅਕਤੀ ਨੂੰ ਕੋਈ ਵਿਸ਼ੇਸ਼ ਕਾਨੂੰਨੀ ਰਿਆਇਤ ਨਹੀਂ ਦਿੱਤੀ ਜਾਣੀ ਚਾਹੀਦੀ, ਕਿਸੇ ਨੂੰ ਕਾਨੂੰਨ ਤੋਂ ਕੋਈ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ। ਮੰਤਰੀਆਂ, ਵਿਧਾਨਕਾਰਾਂ, ਉੱਚ ਅਧਿਕਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਚੰਗੇ ਤਰੀਕੇ ਨਾਲ ਨਿਭਾਉਣ ਲਈ ਕੁਝ ਕਾਨੂੰਨੀ ਛੋਟਾਂ ਦਿੱਤੀਆਂ ਜਾ ਸਕਦੀਆਂ ਹਨ। ਜਿਵੇਂ ਸਾਡੇ ਜਿਹੜੇ ਵਿਧਾਨਕਾਰ ਨੇ, MLAs ਨੇ, MPs ਨੇ, ਇਹਨਾਂ ਨੂੰ ਛੋਟ ਦਿੱਤੀ ਜਾਂਦੀ ਹੈ ਕਿ ਉਹ ਹਾਊਸ ਦੇ ਵਿੱਚ ਬੈਠ ਕੇ, ਵਿਧਾਨ ਸਭਾ ਵਿੱਚ ਜਾਂ ਲੋਕ ਸਭਾ ਵਿੱਚ ਜਾਂ ਰਾਜ ਸਭਾ ਵਿੱਚ ਬੈਠ ਕੇ ਜੋ ਕੋਈ ਵੀ ਬਿਆਨ ਦਿੰਦੇ ਹਨ, ਉਸ ਬਿਆਨ ਦੇ ਆਧਾਰ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਨਹੀਂ ਕੀਤਾ ਜਾ ਸਕਦਾ। ਇਹ ਛੋਟ ਇਹਨਾਂ ਨੂੰ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਇਹਨਾਂ ਨੇ ਲੋਕਾਂ ਦੇ ਮਸਲੇ ਉੱਥੇ ਉਠਾਉਣੇ ਹੁੰਦੇ ਹਨ। ਇਸ ਤਰ੍ਹਾਂ ਮੰਤਰੀਆਂ, ਵਿਧਾਨਕਾਰਾਂ ਅਤੇ ਉੱਚ ਅਧਿਕਾਰੀਆਂ ਨੂੰ ਕੁਝ ਕਾਨੂੰਨੀ ਛੋਟਾਂ ਦਿੱਤੀਆਂ ਜਾ ਸਕਦੀਆਂ ਹਨ, ਪਰੰਤੂ ਇਹ ਛੋਟਾਂ ਤਰਕਸੰਗਤ ਹੋਣੀਆਂ ਚਾਹੀਦੀਆਂ ਹਨ। ਇਹਨਾਂ ਦੇ ਪਿੱਛੇ ਕੋਈ ਲੌਜਿਕ ਹੋਣਾ ਚਾਹੀਦਾ ਹੈ, ਨਹੀਂ ਤਾਂ ਜਿਹੜੀਆਂ ਇਹ ਵਿਸ਼ੇਸ਼ ਛੋਟਾਂ ਹਨ ਇਹ ਕਾਨੂੰਨੀ ਸਮਾਨਤਾ ਨੂੰ ਸਥਾਪਿਤ ਕਰਨ ਦੇ ਰਸਤੇ ਵਿੱਚ ਰੁਕਾਵਟ ਬਣ ਸਕਦੀਆਂ ਹਨ। ਛੇਵੀਂ ਵਿਸ਼ੇਸ਼ਤਾ ਹੈ ਸਮਾਨ ਅਧਿਕਾਰਾਂ ਦੀ ਵਿਵਸਥਾ, ਪ੍ਰੋਵੀਜ਼ਨ ਆਫ ਇਕੁਅਲ ਰਾਈਟਸ। ਸਾਰੇ ਨਾਗਰਿਕਾਂ ਲਈ ਇੱਕੋ ਜਿਹੇ ਹੀ ਅਧਿਕਾਰ ਹੋਣੇ ਚਾਹੀਦੇ ਹਨ। ਸਮਾਜ ਦੇ ਕਿਸੇ ਵੀ ਵਰਗ ਨੂੰ ਅਧਿਕਾਰਾਂ ਤੋਂ ਵਾਂਝਾ ਨਹੀਂ ਰੱਖਿਆ ਜਾਣਾ ਚਾਹੀਦਾ। ਜੇ ਰੱਖਿਆ ਜਾਂਦਾ ਹੈ ਤਾਂ ਉਸ ਸਮਾਜ ਦੇ ਵਿੱਚ ਕਾਨੂੰਨੀ ਸਮਾਨਤਾ ਦੀ ਸਥਾਪਨਾ ਨਹੀਂ ਹੋ ਸਕਦੀ, ਪਰੰਤੂ ਸੁਰੱਖਿਅਤ ਵਿਤਕਰੇ ਦੀ ਵਿਵਸਥਾ ਕੀਤੀ ਜਾ ਸਕਦੀ ਹੈ ਅਤੇ ਕੀਤੀ ਜਾਣੀ ਚਾਹੀਦੀ ਹੈ, ਪ੍ਰੋਵੀਜ਼ਨ ਆਫ ਪ੍ਰੋਟੈਕਟਿਵ ਡਿਸਕ੍ਰਿਮੀਨੇਸ਼ਨ। ਕਾਨੂੰਨੀ ਸਮਾਨਤਾ ਲਈ ਵਿਤਕਰੇ ਦੀ ਤਾਂ ਮਨਾਹੀ ਹੋਣੀ ਚਾਹੀਦੀ ਹੈ, ਪਰੰਤੂ ਸੁਰੱਖਿਅਤ ਵਿਤਕਰਾ ਅਲਾਓ ਹੋਣਾ ਚਾਹੀਦਾ ਹੈ। ਕਈ ਵਾਰੀ ਸਮਾਜ ਦੇ ਵਿੱਚ ਕੁਝ ਐਸੀਆਂ ਅਸਮਾਨਤਾਵਾਂ ਪੈ ਜਾਂਦੀਆਂ ਹਨ ਕਿ ਕੁਝ ਕਾਰਨਾਂ ਕਰਕੇ ਜਿਹੜੀਆਂ ਬਹੁਤ ਡੂੰਘੀਆਂ ਹੋ ਜਾਂਦੀਆਂ ਹਨ। ਜੇ ਬਰਾਬਰ ਦੇ ਮੌਕੇ ਦਿੱਤੇ ਜਾਂਦੇ ਹਨ ਵੱਖੋ ਵੱਖਰੇ ਵਰਗਾਂ ਨੂੰ, ਤਾਂ ਜਿਹੜਾ ਵਰਗ ਬਹੁਤ ਪਿੱਛੇ ਰਹਿ ਗਿਆ ਇਸ ਅਸਮਾਨਤਾ ਦੇ ਵਿੱਚ, ਉਸ ਨੂੰ ਕੇਵਲ ਬਰਾਬਰ ਦਾ ਮੌਕਾ ਦੇ ਕੇ ਉਸ ਦੀ ਅਸਮਾਨਤਾ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਦੀਆਂ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਕੇਵਲ ਬਰਾਬਰ ਦੇ ਮੌਕੇ ਕਾਫੀ ਨਹੀਂ ਹੋਣੇ। ਫਿਰ ਇਸ ਤਰ੍ਹਾਂ ਦੀਆਂ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਸੁਰੱਖਿਅਤ ਵਿਤਕਰਾ, ਪ੍ਰੋਟੈਕਟਿਵ ਡਿਸਕ੍ਰਿਮੀਨੇਸ਼ਨ ਦੀ ਵਿਵਸਥਾ ਕਰਨੀ ਚਾਹੀਦੀ ਹੈ। ਇਹ ਵਿਵਸਥਾ ਜਿਹੜੇ ਵਰਗ ਬਹੁਤ ਪਿੱਛੇ ਰਹਿ ਗਏ ਡਿਵੈਲਪਮੈਂਟ ਦੇ ਵਿੱਚ, ਉન્નਤੀ ਦੇ ਵਿੱਚ, ਉਹਨਾਂ ਲਈ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਨੇ, ਛੋਟਾਂ ਦਿੱਤੀਆਂ ਜਾ ਸਕਦੀਆਂ ਹਨ ਕਿ ਉਹਨਾਂ ਲਈ ਸੀਟਾਂ ਰਿਜ਼ਰਵ ਕੀਤੀਆਂ ਜਾ ਸਕਦੀਆਂ ਹਨ ਵਿਧਾਨ ਮੰਡਲਾਂ ਦੇ ਵਿੱਚ, ਸਭਾਵਾਂ ਦੇ ਵਿੱਚ। ਤੇ ਆਓ ਹੁਣ ਦੇਖਦੇ ਹਾਂ ਕਾਨੂੰਨੀ ਸਮਾਨਤਾ ਕਿਵੇਂ ਕਾਇਮ ਰਹਿ ਸਕਦੀ ਹੈ। ਹਾਊ ਲੀਗਲ ਇਕੁਐਲਿਟੀ ਕੈਨ ਬੀ ਸਿਕਿਉਰਡ। ਪਹਿਲੀ ਸ਼ਰਤ ਹੈ ਲੋਕਤੰਤਰੀ ਪ੍ਰਣਾਲੀ, ਡੈਮੋਕ੍ਰੈਟਿਕ ਸਿਸਟਮ। ਕਾਨੂੰਨੀ ਸਮਾਨਤਾ ਦੀ ਸਥਾਪਨਾ ਲਈ ਲੋਕਤੰਤਰੀ ਪ੍ਰਣਾਲੀ ਸਭ ਤੋਂ ਵੱਧ ਢੁਕਵੀਂ ਹੈ, ਕਿਉਂਕਿ ਇਹ ਪ੍ਰਣਾਲੀ ਆਪ ਸਮਾਨਤਾ ਦੇ ਸਿਧਾਂਤ ਤੇ ਆਧਾਰਿਤ ਹੈ, ਜਿੱਥੇ ਹਰ ਕਿਸੇ ਦੀ ਸਮਾਨ ਵੋਟ ਹੁੰਦੀ ਹੈ, ਹਰ ਕਿਸੇ ਦੀ ਵੋਟ ਦੀ ਵੈਲਿਊ ਵੀ ਸਮਾਨ ਹੁੰਦੀ ਹੈ। ਹਰ ਵਿਅਕਤੀ ਦੀ ਵੋਟ ਦੀ ਵੈਲਿਊ ਬਰਾਬਰ ਹੋਣ ਕਾਰਨ, ਰਾਜਨੀਤਿਕ ਸ਼ਕਤੀ ਲੋਕਾਂ ਕੋਲ ਹੋਣ ਕਾਰਨ ਲੋਕਤੰਤਰ ਦੇ ਵਿੱਚ ਕਾਨੂੰਨੀ ਸਮਾਨਤਾ ਆਸਾਨੀ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਦੂਸਰੀ ਸ਼ਰਤ ਹੈ ਆਰਥਿਕ ਸਮਾਨਤਾ ਹੋਣਾ। ਕਾਨੂੰਨੀ ਸਮਾਨਤਾ ਦੀ ਸਥਾਪਤੀ ਲਈ ਜ਼ਰੂਰੀ ਹੈ ਕਿ ਸਮਾਜ ਦੇ ਵਿੱਚ ਆਰਥਿਕ ਸਮਾਨਤਾ ਹੋਵੇ, ਕਿਉਂਕਿ ਜੇਕਰ ਆਰਥਿਕ ਸਮਾਨਤਾ ਨਹੀਂ ਹੋਵੇਗੀ, ਅਮੀਰ ਤੇ ਗਰੀਬ ਦਾ ਪਾੜਾ ਬਹੁਤ ਜ਼ਿਆਦਾ ਹੋਵੇਗਾ, ਜ਼ਮੀਨ ਅਸਮਾਨ ਦਾ ਅੰਤਰ ਹੋਵੇਗਾ, ਤਾਂ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਕਾਨੂੰਨੀ ਸਮਾਨਤਾ ਵੀ ਸਥਾਪਿਤ ਨਹੀਂ ਕੀਤੀ ਜਾ ਸਕਦੀ। ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਗਰੀਬ ਵਿਅਕਤੀ ਲਈ ਕਾਨੂੰਨ ਦੀ ਸੁਰੱਖਿਆ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਕਾਨੂੰਨੀ ਸਮਾਨਤਾ ਪ੍ਰਾਪਤ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਤੀਸਰੀ ਸ਼ਰਤ ਹੈ ਸੰਵਿਧਾਨਕ ਉਪਚਾਰਾਂ ਦੀ ਵਿਵਸਥਾ, ਪ੍ਰੋਵੀਜ਼ਨ ਫਾਰ ਕਨਸਟੀਟਿਊਸ਼ਨਲ ਰੈਮਡੀਜ਼। ਕਾਨੂੰਨੀ ਸਮਾਨਤਾ ਦੀ ਸੁਰੱਖਿਆ ਲਈ ਸੰਵਿਧਾਨ ਵਿੱਚ ਕੁਝ ਉਪਚਾਰ, ਕੁਝ ਰੈਮਡੀਜ਼ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਨਾਗਰਿਕ ਸਮਾਨਤਾ ਦੇ ਅਧਿਕਾਰ ਦੀ ਉਲੰਘਣਾ ਹੋਣ ਤੇ ਅਦਾਲਤਾਂ ਦੀ ਸ਼ਰਨ ਲੈ ਸਕਣ। ਸੰਵਿਧਾਨਕ ਉਪਚਾਰ ਹੁੰਦਾ ਹੈ ਕਿ ਜੇਕਰ ਸਾਡਾ ਕੋਈ ਹੱਕ ਖੋਹਿਆ ਜਾਂਦਾ ਹੈ ਫਿਰ ਅਸੀਂ ਕੀ ਕਰ ਸਕਦੇ ਹਾਂ, ਭਾਵ ਕੀ ਇਲਾਜ ਕਰ ਸਕਦੇ ਹਾਂ, ਕਿਹੜੀ ਰੈਮਡੀ ਲੈ ਸਕਦੇ ਹਾਂ। ਇਹ ਰੈਮਡੀ ਹੁੰਦੀ ਹੈ ਅਦਾਲਤ ਕੋਲ ਜਾਣ ਦਾ ਅਧਿਕਾਰ। ਜੇਕਰ ਸੰਵਿਧਾਨਕ ਉਪਚਾਰਾਂ ਦੀ ਵਿਵਸਥਾ ਨਹੀਂ ਹੋਵੇਗੀ ਤਾਂ ਸਮਾਜ ਦਾ ਜਿਹੜਾ ਸ਼ਕਤੀਸ਼ਾਲੀ ਵਰਗ ਹੈ ਕਮਜ਼ੋਰ ਵਰਗ ਨੂੰ ਦਬਾ ਸਕਦਾ ਹੈ ਅਤੇ ਕਾਨੂੰਨੀ ਸਮਾਨਤਾ ਨੂੰ ਨਸ਼ਟ ਕਰ ਸਕਦਾ ਹੈ। ਸੰਵਿਧਾਨਕ ਉਪਚਾਰਾਂ ਦੀ ਵਿਵਸਥਾ ਇੰਨੀ ਮਹੱਤਵਪੂਰਨ ਹੈ ਕਿ ਜਦੋਂ ਸਾਡੇ ਮੌਲਿਕ ਅਧਿਕਾਰਾਂ ਦਾ ਚੈਪਟਰ ਡਿਸਕਸ ਕੀਤਾ ਜਾ ਰਿਹਾ ਸੀ ਸਾਡੀ ਸੰਵਿਧਾਨ ਸਭਾ ਵਿੱਚ, ਤਾਂ ਸੰਵਿਧਾਨਕ ਉਪਚਾਰਾਂ ਨਾਲ ਸੰਬੰਧਿਤ ਜੋ ਆਰਟੀਕਲ ਹੈ ਸਾਡੇ ਸੰਵਿਧਾਨ ਦਾ ਆਰਟੀਕਲ 32, ਉਸ ਨੂੰ ਪੇਸ਼ ਕਰਨ ਲੱਗਿਆਂ ਡਾਕਟਰ BR ਅੰਬੇਦਕਰ ਨੇ ਕਿਹਾ ਸੀ ਕਿ ਇਹ ਆਰਟੀਕਲ ਸਾਡੇ ਸੰਵਿਧਾਨ ਦਾ ਦਿਲ ਅਤੇ ਆਤਮਾ ਹੈ। ਭਾਵ ਜੇ ਇਸ ਆਰਟੀਕਲ ਨੂੰ ਇਕੱਲੇ ਨੂੰ ਕੱਢ ਦਈਏ, ਇਕੱਲੇ ਸੰਵਿਧਾਨਕ ਉਪਚਾਰਾਂ ਦੀ ਵਿਵਸਥਾ ਨੂੰ ਖਤਮ ਕਰ ਦਈਏ, ਤਾਂ ਸਾਡਾ ਸੰਵਿਧਾਨ ਹੈ ਜਿਹੜਾ
ਉਹ ਉਸ ਦਾ ਦਿਲ ਤੇ ਆਤਮਾ ਖਤਮ ਹੋ ਜਾਵੇਗੀ। ਚੌਥੀ ਸ਼ਰਤ ਹੈ ਨਿਆਂਪਾਲਿਕਾ ਸੁਤੰਤਰ ਹੋਣੀ ਚਾਹੀਦੀ ਹੈ। ਲੋਕਤੰਤਰ ਦੇ ਵਿੱਚ ਅੱਜ ਕੱਲ੍ਹ ਬਹੁਤੇ ਰਾਜਾਂ ਦੇ ਵਿੱਚ ਲੋਕਤੰਤਰ ਹੈ। ਲੋਕਤੰਤਰ ਦੇ ਵਿੱਚ ਕਾਰਜਪਾਲਿਕਾ ਜਿਹਨੂੰ ਅਸੀਂ ਮੰਤਰੀ ਮੰਡਲ ਕਹਿੰਦੇ ਹਾਂ ਅਤੇ ਵਿਧਾਨ ਪਾਲਿਕਾ ਜਿਹਨੂੰ ਅਸੀਂ ਪਾਰਲੀਮੈਂਟ ਕਹਿੰਦੇ ਹਾਂ, ਇਹਨਾਂ ਦਾ ਸਰੂਪ ਰਾਜਨੀਤਿਕ ਕਿਸਮ ਦਾ ਹੁੰਦਾ ਹੈ। ਭਾਵ ਇਹ ਰਾਜਨੀਤੀ ਦੇ ਆਧਾਰ ਤੇ ਬਣਦੇ ਹਨ। ਜਿਨ੍ਹਾਂ ਨੂੰ ਜ਼ਿਆਦਾ ਵੋਟਾਂ ਪੈ ਜਾਂਦੀਆਂ ਹਨ ਉਹ MP ਬਣਦੇ ਹਨ। ਜਿਹੜੀ ਪਾਰਟੀ ਦੇ ਜ਼ਿਆਦਾ MP ਬਣ ਜਾਂਦੇ ਹਨ ਉਸ ਦੀ ਫਿਰ ਅੱਗੇ ਜਾ ਕੇ ਕਾਰਜਪਾਲਿਕਾ ਜਾਂ ਮੰਤਰੀ ਪਰਿਸ਼ਦ ਬਣਦੀ ਹੈ। ਇਸ ਲਈ ਇਹਨਾਂ ਦੋਵਾਂ ਹੀ ਅੰਗਾਂ ਨੂੰ, ਕਾਰਜਪਾਲਿਕਾ ਨੂੰ ਵੀ ਤੇ ਵਿਧਾਨ ਪਾਲਿਕਾ ਨੂੰ ਵੀ, ਇਹਨਾਂ ਨੂੰ ਕਈ ਵਾਰੀ ਆਪਣੇ ਫੈਸਲੇ ਨੇ ਜਿਹੜੇ ਉਹ ਰਾਜਨੀਤਿਕ ਲਾਭ ਹਾਨੀਆਂ ਨੂੰ ਧਿਆਨ ਵਿੱਚ ਰੱਖ ਕੇ ਲੈਣੇ ਪੈਂਦੇ ਹਨ। ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਸਰਕਾਰ ਦਾ ਜੋ ਤੀਸਰਾ ਮੁੱਖ ਅੰਗ ਹੈ ਨਿਆਂਪਾਲਿਕਾ ਅਦਾਲਤਾਂ, ਉਹ ਹੀ ਇੱਕ ਇਸ ਤਰ੍ਹਾਂ ਦਾ ਅੰਗ ਰਹਿ ਜਾਂਦਾ ਹੈ ਜਿਸ ਤੋਂ ਅਸੀਂ ਨਿਰਪੱਖਤਾ ਦੀ ਉਮੀਦ ਕਰ ਸਕਦੇ ਹਾਂ, ਕਿਉਂਕਿ ਉਹਨਾਂ ਨੇ ਕਿਸੇ ਤੋਂ ਰਾਜਨੀਤਿਕ ਲਾਭ ਨਹੀਂ ਲੈਣਾ ਹੁੰਦਾ। ਨਿਆਂਪਾਲਿਕਾ ਵੀ ਤਾਂ ਹੀ ਨਿਰਪੱਖ ਫੈਸਲੇ ਲੈ ਸਕਦੀ ਹੈ ਜੇ ਇਸ ਦੀ ਕਾਰਜ ਪ੍ਰਣਾਲੀ ਤੇ ਕੋਈ ਰਾਜਨੀਤਿਕ ਪ੍ਰਭਾਵ ਨਹੀਂ ਹੋਵੇਗਾ। ਜੇਕਰ ਜੱਜ ਮੰਤਰੀਆਂ ਦੇ ਪ੍ਰਭਾਵ ਅਧੀਨ ਜਾਂ ਡਰ ਅਧੀਨ ਕੰਮ ਕਰਨਗੇ ਤਾਂ ਜੱਜਾਂ ਤੋਂ ਵੀ ਅਸੀਂ ਨਿਰਪੱਖਤਾ ਦੀ, ਇਨਸਾਫ ਦੀ ਉਮੀਦ ਨਹੀਂ ਕਰ ਸਕਦੇ। ਇਸ ਲਈ ਜੱਜਾਂ ਦਾ, ਨਿਆਂਪਾਲਿਕਾ ਦਾ ਸੁਤੰਤਰ ਹੋਣਾ ਜ਼ਰੂਰੀ ਹੈ ਕਾਰਜਪਾਲਿਕਾ ਤੋਂ, ਵਿਧਾਨ ਪਾਲਿਕਾ ਤੋਂ। ਪੰਜਵੀਂ ਸ਼ਰਤ ਹੈ ਮੁਫਤ ਕਾਨੂੰਨੀ ਸਹਾਇਤਾ ਦੀ ਵਿਵਸਥਾ, ਪ੍ਰੋਵੀਜ਼ਨ ਫਾਰ ਫ੍ਰੀ ਲੀਗਲ ਏਡ। ਜੇਕਰ ਅਸੀਂ ਅਸਲ ਅਰਥਾਂ ਵਿੱਚ ਸਾਰੇ ਨਾਗਰਿਕਾਂ ਲਈ ਕਾਨੂੰਨੀ ਸਮਾਨਤਾ ਪ੍ਰਦਾਨ ਕਰਨਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਕਿ ਜਿਹੜੇ ਲੋਕ ਕਾਨੂੰਨੀ ਸਹਾਇਤਾ ਨਹੀਂ ਖਰੀਦ ਸਕਦੇ, ਭਾਵ ਵਕੀਲ ਨਹੀਂ ਕਰ ਸਕਦੇ, ਉਹਨਾਂ ਨੂੰ ਕਾਨੂੰਨੀ ਸਹਾਇਤਾ ਮੁਫਤ ਪ੍ਰਦਾਨ ਕੀਤੀ ਜਾਵੇ। ਕਿਉਂਕਿ ਅੱਜ ਕੱਲ੍ਹ ਦੇ ਕਾਨੂੰਨ ਇੰਨੇ ਗੁੰਝਲਦਾਰ ਹੁੰਦੇ ਹਨ ਕਿ ਆਮ ਵਿਅਕਤੀ ਦੀ ਸਮਝ ਵਿੱਚ ਨਹੀਂ ਆਉਂਦੇ। ਇਸ ਲਈ ਕਾਨੂੰਨਾਂ ਦੀ ਵਿਆਖਿਆ ਕਰਨ ਲਈ ਵਕੀਲਾਂ ਦੀ ਜ਼ਰੂਰਤ ਪੈਂਦੀ ਹੈ। ਜੇ ਵਕੀਲਾਂ ਦੀਆਂ ਫੀਸਾਂ ਨਾ ਦੇ ਸਕਣ ਕਾਰਨ ਕੁਝ ਲੋਕ, ਖਾਸ ਕਰਕੇ ਗਰੀਬ ਵਰਗ, ਕਾਨੂੰਨ ਦੀ ਸੁਰੱਖਿਆ ਤੋਂ ਵੰਚਿਤ ਰਹਿ ਜਾਂਦਾ ਹੈ ਤਾਂ ਅਸੀਂ ਕਹਾਂਗੇ ਕਿ ਇਸ ਸਮਾਜ ਦੇ ਵਿੱਚ ਕਾਨੂੰਨੀ ਸਮਾਨਤਾ ਨਹੀਂ ਹੈ। ਇਸ ਲਈ ਕਮਜ਼ੋਰ ਵਰਗਾਂ ਲਈ ਕਾਨੂੰਨੀ ਸਹਾਇਤਾ ਮੁਫਤ ਹੋਣੀ ਚਾਹੀਦੀ ਹੈ। ਛੇਵੀਂ ਸ਼ਰਤ ਹੈ ਪੁਲਿਸ ਨੂੰ ਰਾਜਨੀਤਿਕ ਪ੍ਰਭਾਵ ਤੋਂ ਮੁਕਤ ਰੱਖਣਾ, ਟੂ ਕੀਪ ਦੀ ਪੁਲਿਸ ਫ੍ਰੀ ਫਰੋਮ ਪੋਲੀਟੀਕਲ ਇਨਫਲੂਐਂਸ। ਪੁਲਿਸ ਦਾ ਮੁੱਖ ਕੰਮ ਕਾਨੂੰਨ ਅਤੇ ਵਿਵਸਥਾ ਬਣਾ ਕੇ ਰੱਖਣਾ ਹੁੰਦਾ ਹੈ। ਲਾਅ ਐਂਡ ਆਰਡਰ ਮੇਨਟੇਨ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈ। ਪਰੰਤੂ ਕਈ ਰਾਜਨੀਤਿਕ ਪ੍ਰਣਾਲੀਆਂ ਵਿੱਚ, ਵਿਸ਼ੇਸ਼ ਕਰਕੇ ਵਿਕਾਸਸ਼ੀਲ ਰਾਜ ਨੇ ਜਿਹੜੇ ਜਿਵੇਂ ਭਾਰਤ, ਨੇਪਾਲ, ਪਾਕਿਸਤਾਨ, ਬੰਗਲਾਦੇਸ਼, ਇਸ ਤਰ੍ਹਾਂ ਦੇ ਰਾਜਾਂ ਦੇ ਵਿੱਚ ਜਿਹੜੇ ਸੱਤਾ ਦੇ ਕਾਬਜ਼ ਲੋਕ ਨੇ, ਜਿਨ੍ਹਾਂ ਦੀ ਸਰਕਾਰ ਬਣੀ ਹੁੰਦੀ ਹੈ, ਉਹ ਪੁਲਿਸ ਦੀ ਵਰਤੋਂ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਅਕਸਰ ਕਰਦੇ ਹਨ। ਕਈ ਵਾਰੀ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਪੁਲਿਸ ਦੀ ਸ਼ਕਤੀ ਦੀ ਵਰਤੋਂ ਕੀਤੀ ਜਾਂਦੀ ਹੈ। ਕਾਨੂੰਨੀ ਸਮਾਨਤਾ ਦੀ ਸੁਰੱਖਿਆ ਲਈ ਪੁਲਿਸ ਰਾਜਨੀਤਿਕ ਪ੍ਰਭਾਵ ਤੋਂ ਮੁਕਤ ਹੋਣੀ ਚਾਹੀਦੀ ਹੈ। ਪੁਲਿਸ ਅਧਿਕਾਰੀਆਂ ਦੀਆਂ ਸੇਵਾ ਸ਼ਰਤਾਂ, ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ, ਇਹ ਰਾਜਨੀਤਿਕ ਇੰਟਰਫੇਰੈਂਸ ਤੋਂ ਫ੍ਰੀ ਹੋਣੀਆਂ ਚਾਹੀਦੀਆਂ ਹਨ। ਤੇ ਲਾਸਟ ਤੇ ਅਸੀਂ ਸਿੱਟਾ ਕੱਢ ਸਕਦੇ ਹਾਂ ਕਾਨੂੰਨੀ ਸਮਾਨਤਾ ਦੇ ਅਰਥ, ਵਿਸ਼ੇਸ਼ਤਾਵਾਂ ਅਤੇ ਜ਼ਰੂਰੀ ਸ਼ਰਤਾਂ ਦਾ ਅਧਿਐਨ ਕਰਨ ਤੋਂ ਬਾਅਦ ਕਿ ਕਾਨੂੰਨੀ ਸਮਾਨਤਾ ਦੀ ਵਿਵਸਥਾ ਸਿਰਫ ਸੰਵਿਧਾਨ ਵਿੱਚ ਲਿਖ ਕੇ ਜਾਂ ਕਾਨੂੰਨ ਵਿੱਚ ਲਿਖ ਕੇ ਹੀ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਇਸ ਦੀ ਪ੍ਰਾਪਤੀ ਲਈ ਇਸ ਤਰ੍ਹਾਂ ਦਾ ਸ਼ਾਸਨ ਪ੍ਰਬੰਧ ਵੀ ਚਾਹੀਦਾ ਹੈ ਜਿੱਥੇ ਰਾਜਨੀਤਿਕ ਸ਼ਕਤੀ ਸਹੀ ਰੂਪ ਵਿੱਚ ਲੋਕਾਂ ਕੋਲ ਹੋਵੇ। ਇਸ ਲਈ ਲੋਕਤੰਤਰੀ ਪ੍ਰਣਾਲੀ ਕਾਨੂੰਨੀ ਸਮਾਨਤਾ ਦੀ ਸਥਾਪਨਾ ਲਈ ਸਭ ਤੋਂ ਵੱਧ ਢੁਕਵੀਂ ਪ੍ਰਣਾਲੀ ਹੈ। ਪਰੰਤੂ ਲੋਕਤੰਤਰ ਵਿੱਚ ਵੀ ਕਈ ਵਾਰੀ ਬਹੁਮਤ ਆਪਣੀ ਤਾਨਾਸ਼ਾਹੀ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਪਾਰਟੀ ਕੋਲ ਜ਼ਿਆਦਾ ਬਹੁਮਤ ਹੋਵੇ। ਇਸ ਲਈ ਨਿਆਇਕ ਢਾਂਚੇ, ਭਾਵ ਜੁਡੀਸ਼ਰੀ ਅਤੇ ਪੁਲਿਸ ਨੂੰ ਰਾਜਨੀਤਿਕ ਪ੍ਰਭਾਵ ਤੋਂ ਮੁਕਤ ਰੱਖਣਾ ਚਾਹੀਦਾ ਹੈ, ਤਾਂ ਹੀ ਕਾਨੂੰਨੀ ਸਮਾਨਤਾ ਨਾਗਰਿਕਾਂ ਦੀ ਸੁਰੱਖਿਅਤ ਰਹਿ ਸਕਦੀ ਹੈ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।